ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਤੁਹਾਡਾ ਮੇਰਾ ਸਾਥ ਹੁੰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 8 ਤੋਂ ਲੈ ਕੇ 9 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 2 ਵਾਰੀ ਸਾਂਝ ਪਾਉਂਦੇ ਹਾਂ, ਦੁਪਹਿਰ ਨੂੰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਹ ਇਕੱਲਾ ਪ੍ਰੋਗਰਾਮ ਹੈ ਉੱਤਰੀ ਅਮਰੀਕਾ ਦਾ, ਜਿਸ ਵਿੱਚ ਹਰ ਰੋਜ਼ ਅਸੀਂ ਤੁਹਾਡੇ ਨਾਲ ਸਪਿਰਿਚੁਅਲਿਟੀ ਦੇ ਉੱਤੇ ਡਿਸਕਸ਼ਨ ਕਰਦੇ ਹਾਂ। ਉਸ ਤੋਂ ਇਲਾਵਾ ਪੋਲੀਟਿਕਸ, ਇਕਨੋਮਿਕਸ, ਸਪੋਰਟਸ, ਲਾਈਫ ਸਟਾਈਲ ਅਤੇ ਹੈਲਥ ਇਸ਼ੂਜ਼ ਦੇ ਬਾਰੇ ਵੀ ਗੱਲਬਾਤ ਹੁੰਦੀ ਹੈ। ਅੱਜ ਦੇ ਇਸ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਰਦਾਰ ਓਂਕਾਰ ਸਿੰਘ ਨਾਲ। ਇੱਕ ਇੰਟਰਨੈਸ਼ਨਲ ਗੱਤਕਾ ਕੋਚ ਹਨ ਅਤੇ ਪ੍ਰੈਕਟੀਸ਼ਨਰ ਹਨ, ਅਤੇ ਇਹ ਟੀਚ ਕਰਦੇ ਨੇ ਬੱਚਿਆਂ ਨੂੰ ਵੀ ਕਿ ਸ਼ਸਤਰਾਂ ਦੀ ਬੜੀ ਮਹੱਤਤਾ ਹੈ। ਅਤੇ ਅੱਜ ਜਿਸ ਵਿਸ਼ੇ 'ਤੇ ਅਸੀਂ ਗੱਲਬਾਤ ਕਰਨੀ ਹੈ ਉਸ ਵਿੱਚ ਜੋ ਹਿਸਟੋਰੀਕਲ ਸਿਗਨੀਫਿਕੈਂਸ ਹੈ ਸ਼ਸਤਰਾਂ ਦੀ, ਤੇ ਨਾਲ ਸਪਿਰਿਚੁਅਲਿਟੀ ਨਾਲ ਕਿਵੇਂ ਅਸੀਂ ਜੋੜ ਸਕਨੇ ਹਾਂ, ਇਸ ਸੰਬੰਧ ਵਿੱਚ ਆਓ ਅੱਜ ਗੱਲਬਾਤ ਕਰਦੇ ਹਾਂ ਓਂਕਾਰ ਸਿੰਘ ਜੀ ਨਾਲ। ਜੀ ਆਨੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ, ਥੋੜ੍ਹਾ ਜਿਹਾ ਪਿਛੋਕੜ ਤੁਹਾਡਾ ਕਿ ਤੁਸੀਂ ਕਿਵੇਂ, ਤੁਹਾਡਾ ਇੰਟਰਸਟ ਬਣਿਆ ਇਸ ਪਾਸੇ? ਜਦੋਂ ਆਪਾਂ ਇੰਟਰਸਟ ਦੀ ਗੱਲ ਕਰੀਏ ਜੀ, ਇਹਦੇ ਪਿੱਛੇ ਇੱਕ ਬੜਾ ਦੁਖਾਂਤ ਵੀ ਹੈ ਅਤੇ ਬਹੁਤ ਸੁਖਾਂਤ ਵੀ ਹੈ। ਦੁਖਾਂਤ ਇੱਦਾਂ ਕਿ ਵੀ 1984 ਦਾ ਕਤਲੇਆਮ ਦੇ ਟਾਈਮ 'ਤੇ ਦਾਸ ਦਿੱਲੀ 'ਚ ਹੀ ਸੀਗਾ ਜੀ। ਓਕੇ। ਉਮਰ ਸਿਰਫ 2-2.5 ਸਾਲ ਦੀ ਸੀਗੀ। ਉਸ ਤੋਂ ਬਾਅਦ ਜਦੋਂ ਇਹਨਾਂ ਸੰਤਾਪ ਹੰਡਾਇਆ ਅਤੇ ਮਾਤਾ ਪਿਤਾ ਨੇ ਦੱਸਿਆ ਕਿ ਵੀ ਉਸ ਟਾਈਮ 'ਤੇ ਜਿਹੜੇ ਵੀਰ ਭੈਣ ਸ਼ਸਤਰ ਵਿੱਦਿਆ ਜਾਣਦੇ ਸੀਗੇ ਜੀ, ਉਹਨਾਂ ਨੇ ਆਪਣੇ ਇਲਾਕੇ, ਆਪਣੇ ਮੁਹੱਲੇ ਬਚਾਏ, ਆਪਣੇ ਘਰ ਬਚਾਏ। ਅਤੇ ਫਿਰ ਜਦੋਂ ਨਗਰ ਕੀਰਤਨਾਂ ਵਿੱਚ ਸਿੰਘਾਂ ਨੂੰ ਖੇਡਦੇ ਦੇਖਦੇ ਸੀਗੇ ਸ਼ਸਤਰ ਵਿੱਦਿਆ, ਤਾਂ ਅੰਦਰੋਂ ਇੱਕ ਜੋਸ਼ ਜਿਹਾ ਉੱਠਦਾ ਸੀਗਾ। ਫਿਰ ਜਦੋਂ ਥੋੜ੍ਹਾ ਬਹੁਤਾ ਹਿਸਟਰੀ ਪੜ੍ਹੀ ਕਿ ਇੱਕ ਸਿੰਘ 1.25 ਲੱਖ ਦੇ ਨਾਲ ਲੜਦਾ ਰਿਹਾ, 1.25 ਲੱਖ ਨਾਲ ਲੋਹਾ ਲੈਂਦਾ ਰਿਹਾ। ਇੰਨੀ ਗ੍ਰੇਟ ਮਾਰਸ਼ਲ ਆਰਟ ਹੈ, ਤੇ ਵਾਈ ਨੋਟ ਵੀ ਹੈਵ ਟੂ ਲਰਨ। ਸੋ ਉਸ ਤੋਂ ਬਾਅਦ ਬਾਦਸ਼ਾਹ ਨੇ ਕਿਰਪਾ ਕੀਤੀ, ਥੋੜ੍ਹਾ ਬਹੁਤਾ ਸਿੱਖਣਾ ਸ਼ੁਰੂ ਕੀਤਾ। ਸਿੱਖਦੇ ਸਿੱਖਦੇ ਅੱਜ ਤੱਕ ਸਿੱਖ ਹੀ ਰਹੇ ਹਾਂ ਜੀ। ਬਹੁਤ ਖੂਬ। ਸੋ ਪਿਛਲੇ ਕਿੰਨੇ ਸਾਲਾਂ ਤੋਂ ਤੁਸੀਂ ਇਸ ਨਾਲ ਜੁੜੇ ਹੋਏ ਹੋ? ਅਤੇ ਨਾਲ ਜਦੋਂ ਅਸੀਂ ਥੋੜ੍ਹੇ ਜਿਹੇ ਹਿਸਟੋਰੀਕਲ ਪਰਸਪੈਕਟਿਵ ਦੀ ਜਿਹੜੇ ਮੈਂ ਜ਼ਿਕਰ ਕੀਤਾ ਸੀ ਇੰਟਰੋਡਕਸ਼ਨ ਦੇ ਵਿੱਚ, ਸੋ ਉਹਦੇ ਬਾਰੇ ਦੱਸੋ ਕਿ ਹਿਸਟੋਰੀਕਲੀ ਜੋ ਸਾਨੂੰ ਸ਼ਸਤਰਾਂ ਨਾਲ ਜੋੜਿਆ ਗਿਆ, ਗੁਰੂ ਸਾਹਿਬ ਨੇ ਕਦੋਂ ਤੋਂ ਇਹ ਸ਼ੁਰੂਆਤ ਹੋਈ ਸੀ? ਦਾਸ ਨੂੰ ਆਪ ਸਿੱਖਦੇ ਨੂੰ 24 ਸਾਲ ਹੋ ਗਏ ਜੀ। ਅਤੇ ਨਾਲ ਦੇ ਨਾਲ ਮੈਂ ਰਿਸਰਚ ਵੀ ਕਰ ਰਿਹਾ, ਇਸ 'ਤੇ ਟਰਾਈ ਕਰ ਰਿਹਾ ਕਿਤਾਬ ਲਿਖਣ ਦੀ ਸ਼ਸਤਰ ਵਿੱਦਿਆ ਉੱਤੇ। ਓਕੇ। ਅਤੇ ਜਿੰਨਾ ਕੁ ਹੁਣ ਤੱਕ ਦਾਸ ਲੱਭ ਸਕਿਆ, ਉਹਦੇ 'ਚ ਇਹ ਹੈ ਕਿ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਜੀ ਸ਼ਸਤਰ ਵਿੱਦਿਆ ਸਿੱਖਾਂ ਵਿੱਚ ਹੈਗੀ ਹੈ ਜੀ। ਗੁਰੂ ਨਾਨਕ ਪਾਤਸ਼ਾਹ ਨੇ ਆਪ ਸ਼ਸਤਰ ਫੜਿਆ ਸੀ ਜੀ। ਉਹ ਗੱਲ ਵੱਖਰੀ ਹੈ ਕਿ ਉਹਨਾਂ ਨੇ ਕਿਤੇ ਯੂਜ਼ ਨਹੀਂ ਕੀਤਾ ਉਹਨੂੰ। ਉਹਨਾਂ ਨੇ ਸਿਰਫ ਗਿਆਨ ਖੜਗ ਦਾ ਹੀ ਉਪਯੋਗ ਕੀਤਾ, ਠੀਕ, ਸਰਵਲੋ ਖੜਗ ਦਾ ਉਪਯੋਗ ਨਹੀਂ ਕੀਤਾ। ਲੇਕਿਨ ਉਹਨਾਂ ਦੇ ਹੱਥ ਵਿੱਚ ਹਮੇਸ਼ਾ ਸ਼ਸਤਰ ਰਹਿੰਦਾ ਸੀਗਾ, ਸ਼ਸਤਰਧਾਰੀ ਸੀਗੇ ਉਹ। ਉਹਨਾਂ ਨੇ ਸ਼ਸਤਰਾਂ ਨੂੰ ਰੱਖਣ ਵਾਸਤੇ ਕਿਹਾ ਵੀ ਸੀਗਾ। ਜਦੋਂ ਅਸੀਂ ਜਾਈਏ ਭਾਈ ਗੁਰਦਾਸ ਜੀ ਦੀ ਵਾਰਾਂ ਵਿੱਚ, ਉੱਥੇ ਭਾਈ ਗੁਰਦਾਸ ਜੀ ਦੀ ਵਾਰਾਂ 'ਚ ਅਸੀਂ ਲੱਭਦੇ ਹਾਂ ਆਸਾ ਹੱਥ, ਕਿਤਾਬ ਕੱਛ ਜੀ। ਆਸਾ ਮਤਲਬ ਵੱਡਾ ਮੋਟਾ ਸੋਟਾ। ਓਕੇ। ਅਤੇ ਜੇ ਜਰਨਲ ਲੋਕੀ ਕਹਿੰਦੇ ਆ ਕਿ ਵੀ ਸੋਟਾ ਤਾਂ ਹਰ ਕੋਈ ਬੰਦਾ ਫੜਦਾ ਜੀ, ਬਜ਼ੁਰਗ ਫੜਦਾ। ਲੇਕਿਨ ਮੇਰਾ ਇੱਕ ਕੁਐਸਚਨ ਹੈ, ਜਿਹੜਾ ਇਨਸਾਨ ਆਪਣੇ ਉਮਰ ਦੇ ਅਖੀਰਲੇ ਟਾਈਮ ਤੱਕ ਹਲ ਵਾਹੁੰਦਾ ਹੋਵੇ ਜੀ, ਕੀ ਉਹ ਕੁੱਬਾ ਹੋ ਸਕਦਾ? ਕੀ ਉਹ ਬੰਦੇ ਨੂੰ ਸੋਟੀ ਦੀ ਲੋੜ ਪਏਗੀ? ਰਾਈਟ। ਗੁਰੂ ਨਾਨਕ ਪਾਤਸ਼ਾਹ ਆਪਣੇ ਅਖੀਰਲੇ ਸਮੇਂ ਤੱਕ ਕਰਤਾਰਪੁਰ ਸਾਹਿਬ ਹਲ ਵਾਹੁੰਦੇ ਰਹੇ ਆ। ਰਾਈਟ। ਅਤੇ ਡਾਂਗ ਤਾਂ ਉਹ ਆਪਣੇ ਕੋਲ ਐਜ਼ ਅ ਸ਼ਸਤਰ, ਐਜ਼ ਅ ਸਹਾਇਕ ਨਾਲ ਰੱਖਦੇ ਸੀਗੇ। ਠੀਕ ਹੈ। ਇੱਕ ਡਾਂਗ ਦਾ ਬੋਲਾ ਵੀ ਹੈ ਜੀ, ਕਹਿੰਦੇ ਸੁੱਖਾ ਗੰਡਾ ਘੋਟਣੇ ਕੋ, ਵੈਰੀ ਦਲ ਠੋਕਣੇ ਕੋ, ਆਏ ਮੁਗਲ ਰੋਕਣੇ ਕੋ, ਡੰਡਾ ਬਲਵਾਨ ਹੈ। ਹੁਣ ਡੰਡਾ ਕਿੱਥੇ ਕਿਤੇ ਕੰਮ ਆਉਂਦਾ ਜੀ? ਕਹਿੰਦਾ ਡੰਡਾ ਅੰਨਿਆਂ ਦੀ ਅੱਖ, ਡੰਡਾ ਲੰਘਿਆਂ ਦੀ ਲੱਤ, ਡੰਡਾ ਸਿੰਘ ਦੇ ਹੱਥ ਬਹੁਤ ਮਿਹਰਬਾਨ ਹੈ। ਠੀਕ। ਤੇ ਗੁਰੂ ਨਾਨਕ ਪਾਤਸ਼ਾਹ ਕੋਲ ਡਾਂਗ ਹਮੇਸ਼ਾ ਹੁੰਦੀ ਸੀਗੀ ਜੀ। ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸ਼ਸਤਰਧਾਰੀ ਹੋਣ ਵਾਸਤੇ ਹੁਕਮ ਵੀ ਕੀਤਾ। ਜਦੋਂ ਬਾਬਰ ਹਿੰਦੁਸਤਾਨ ਤੇ ਚੜ੍ਹਾਈ ਕਰਕੇ ਆਇਆ ਜੀ, ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸ਼ਸਤਰਧਾਰੀ ਹੋ ਜਾਓ, ਸ਼ਸਤਰ ਰੱਖ ਲਓ, ਉਹ ਆ ਰਿਹਾ, ਕੁੱਟੇਗਾ, ਲੁੱਟੇਗਾ, ਤੁਹਾਡਾ ਬੁਰਾ ਹਾਲ ਕਰੇਗਾ। ਉਸ ਵੇਲੇ ਦੇ ਜੋ ਲੋਕੀ ਸੀਗੇ, ਹਿੰਦੂ ਸਮਾਜ ਨੇ ਕਿਹਾ ਕਿ ਵੀ ਸਾਡੇ ਕੋਲ ਬਹੁਤ ਵੱਡੇ ਵੱਡੇ ਮੰਤਰ ਨੇ, ਅਸੀਂ ਸਾਰੇ ਮੁਸਲਮਾਨ ਨੂੰ ਅੰਨਾ ਕਰ ਦਿਆਂਗੇ, ਡੋਂਟ ਵੈਰੀ। ਰਾਈਟ। ਬਟ ਜਦੋਂ ਬਾਬਰ ਆਇਆ, ਉਹਨੇ ਲੁੱਟਿਆ, ਕੁੱਟਿਆ, ਉਸ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣਾ ਪਿਆ, ਕੋਈ ਮੁੱਲਾ ਨਾ ਹੁਆ ਅੰਨਾ ਕਿਨੇ ਨਾ ਪਰਚਾ ਪਾਇਆ। ਠੀਕ। ਠੀਕ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸ਼ਸਤਰਧਾਰੀ ਹੋ ਜੋ, ਅਸੀਂ ਨਹੀਂ ਹੋਏ ਤਾਂ ਛਿੱਤਰ ਪਏ। ਉਹਨਾਂ ਤੋਂ ਬਾਅਦ
ਗੁਰੂ ਸਾਹਿਬ ਦੀ ਬਾਣੀ 'ਚ ਦੇਖ ਲਓ, ਜੀ ਇਸੇ ਤੁਕ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਵੀ ਮੁਗਲ ਪਠਾਣਾ ਭਈ ਲੜਾਈ ਜੰਗ ਮੈਂ ਤੇ ਭਾਈ, ਜੀ ਠੀਕ ਹੈ। ਉਵੇਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੇ ਸਿਮਿਲਰ ਸ਼ਬਦ ਹੈਗਾ ਜਾਗਰਦੰਗ ਬਾਗੜਦੰਗ ਨਾਗੜਦੰਗ, ਇਸ ਸ਼ਬਦ ਦੇ ਵਿੱਚ ਤੇ ਉਸ ਸ਼ਬਦ ਦੇ ਵਿੱਚ ਕੀ ਗੱਲਾਂ ਹੋ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਆ ਨਗਾੜੇ ਵੱਜ ਰਹੇ ਨੇ, ਕਿਰਪਾਨਾਂ ਖੜਕ ਰਹੀਆਂ, ਤੋਪਾਂ ਚੱਲ ਰਹੀਆਂ, ਹਾਥੀ ਚਿੰਗਾੜ ਰਹੇ ਆ। ਰਾਈਟ। ਇਸ ਸ਼ਬਦ 'ਚ ਗੁਰੂ ਸਾਹਿਬ ਕਹਿ ਰਹੇ ਆ ਮੁਗਲ ਪਠਾਣੇ ਲੜਾਈ ਹੋ ਰਹੀ ਹੈ, ਕਿਰਪਾਨਾਂ ਖੜਕ ਰਹੀਆਂ, ਤੋਪਾਂ ਚੱਲ ਰਹੀਆਂ, ਹਾਥੀ ਚਿੰਗਾੜ ਰਹੇ ਆ। ਸੇਮ ਫਿਲਾਸਫੀ ਸੇਮ ਗੱਲ ਗੁਰੂ ਨਾਨਕ ਪਾਤਸ਼ਾਹ ਕਰ ਰਹੇ ਨੇ, ਸੇਮ ਗੱਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰ ਰਹੇ ਨੇ। ਫਰਕ ਕਿੱਥੇ ਹੈ ਜੀ? ਬਟ ਅੱਜ ਦੇ ਟਾਈਮ 'ਚ ਸਾਡਾ ਜੋ ਇੱਕ ਸਿਸਟਮ ਐਸਾ ਬਣ ਗਿਆ, ਜਨਰਲੀ ਅਸੀਂ ਕਹਿ ਦਿੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਸੰਤ ਗੁਰੂ ਸੀਗੇ, ਗੁਰੂ ਹਰਗੋਬਿੰਦ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਵਾਰੀਅਰ ਗੁਰੂ ਸੀਗੇ। ਲੇਕਿਨ ਇਹ ਟੋਟਲੀ ਗਲਤ ਹੈ। ਜੋ ਇੱਕ ਪਾਥ ਗੁਰੂ ਨਾਨਕ ਪਾਤਸ਼ਾਹ ਨੇ ਸਿਰਜਿਆ ਜੀ, ਉਸੇ ਤੇ ਤੁਰਦੇ ਹੋਏ ਸਾਰੇ ਗੁਰੂ ਸਾਹਿਬ ਗਏ ਤੇ ਅਖੀਰ ਦੇ ਵਿੱਚ ਸ਼ਸਤਰਧਾਰੀ ਖਾਲਸਾ ਫੌਜ ਸਿੱਖ ਪੈਦਾ ਹੋਇਆ। ਰਾਈਟ। ਸੋ ਬੇਸਿਕਲੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਤੋਂ ਹੀ, ਲੇਕਿਨ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨੂੰ ਇੱਕ ਜਿਹੜਾ ਸੰਤ ਸਿਪਾਹੀ ਦਾ ਜਿਹੜਾ ਕਨਸੈਪਟ ਹੈਗਾ ਸੀ ਉਸ ਨੂੰ ਹੋਰ ਸਾਹਮਣੇ ਉਜਾਗਰ ਕੀਤਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਉੱਥੇ ਉਹ ਘੋੜੇ ਮੰਗਵਾਉਂਦੇ ਸਨ ਜਾਂ ਸ਼ਸਤਰਾਂ ਦੀ ਵਿਦਿਆ ਜਿਹੜੀ ਹੁੰਦੀ ਸੀ ਦਿੱਤੀ ਜਾਂਦੀ ਸੀ। ਉਸ ਸੰਬੰਧ ਵਿੱਚ ਥੋੜ੍ਹਾ ਜਿਹਾ ਦੱਸੋ, ਉਹ ਸਮੇਂ ਵਿੱਚ ਸਾਨੂੰ ਲੈ ਕੇ ਚੱਲੋ ਕਿ ਉਸ ਸਮੇਂ, ਕਿਉਂਕਿ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਜਦੋਂ ਜੋ ਹਾਲਾਤ ਬਣੇ ਹੋਏ ਸਨ, ਉਸ ਤੋਂ ਬਾਅਦ ਗੁਰੂ ਸਾਹਿਬ ਨੇ ਇੱਕ ਵੱਖਰਾ ਇੱਕ ਰਸਤਾ ਜਿਹੜਾ ਹੈ ਉਸ ਨੂੰ ਫੋਰਸ ਕੀਤਾ ਲੋਕਾਂ ਦੇ ਉੱਤੇ, ਕਿ ਸਾਹਮਣੇ ਲਿਆਂਦਾ ਕਿ ਨਾਲ ਹੁਣ ਸ਼ਸਤਰਾਂ ਨੂੰ ਅੱਗੇ ਲਿਆ ਕੇ ਸਾਨੂੰ ਸੰਤ ਤੇ ਸਿਪਾਹੀ ਦਾ ਜਿਹੜਾ ਕਨਸੈਪਟ ਹੈ ਇਸ ਨੂੰ ਦੋਨਾਂ ਨੂੰ ਅੱਗੇ ਲੈਣਾ ਚਾਹੀਦਾ। ਮੈਂ ਇੱਕ ਵਾਰੀ ਵਾਪਸ ਆਣਾ, ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸੰਤ ਸਿਪਾਹੀ ਚੱਲ ਪਿਆ। ਰਾਈਟ। ਗੁਰੂ ਅਰਜਨ ਦੇ ਪਾਤਸ਼ਾਹ ਵੀ ਸ਼ਸਤਰਧਾਰੀ ਸੀਗੇ। ਗੁਰੂ ਅਰਜਨ ਦੇ ਪਾਤਸ਼ਾਹ ਵੀ ਸ਼ਸਤਰ ਦੇ ਗਿਆਤਾ ਸੀਗੇ ਜੀ। ਗੁਰੂ ਅਰਜਨ ਦੇ ਪਾਤਸ਼ਾਹ ਕੋਲ ਵੀ ਮੁਗਲ ਅਤੇ ਹਿੰਦੂ ਜਿਹੜੇ ਰਾਜਿਆਂ ਦੇ ਸਿਪਾਹੀ, ਸਿਪਾ ਸਲਾਰ, ਅੰਗ ਰੱਖਕ, ਉਹ ਆਉਂਦੇ ਸੀਗੇ ਸਲਾਹਾਂ ਲੈਣ ਵਾਸਤੇ। ਓਕੇ। ਤੇ ਇਫ ਯੂ ਵਾਂਟ ਦੈਨ ਵੀ ਕੈਨ ਗੋ ਫॉर ਹਿਸਟਰੀ, ਬਹੁਤ ਲੰਬਾ ਹੋ ਜਾਏਗਾ। ਕੁਝ ਪ੍ਰਮਾਣ ਇਹਦਾ ਮਿਲਦਾ ਹੈ? ਪ੍ਰਮਾਣ ਮਿਲਦਾ ਹੈ ਭਾਈ ਮੁੱਲਾ ਜੀ, ਓਕੇ, ਭਾਈ ਤਰਲੋਕਾ ਜੀ, ਗੁਰੂ ਸਾਹਿਬ ਦੇ ਗੁਰੂ ਅੰਗਦ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕੋਲ ਆਉਂਦੇ ਹੁੰਦੇ ਸੀਗੇ ਕਿ ਵੀ ਸਾਨੂੰ ਕਿਰਪਾ ਕਰੋ। ਜਿਵੇਂ ਗੁਰੂ ਅੰਗਦ ਦੇ ਪਾਤਸ਼ਾਹ ਕੋਲ ਇੱਕ ਸਿੰਘ ਗਿਆ ਤੇ ਉਹ ਕਹਿੰਦਾ ਕਿ ਵੀ ਮੈਂ ਇਹ ਸੰਸਾਰ ਤੋਂ ਬਾਹਰ ਜਾਣਾ ਚਾਹੁੰਦਾ ਤੇ ਆਵਾਗਵੀ ਤੋਂ ਮੁਕਤ ਹੋਣਾ ਚਾਹੁੰਦਾ ਜੀ, ਤੇ ਮੈਨੂੰ ਡਰ ਵੀ ਹੈ ਕਿ ਵੀ ਮੈਂ ਇਦਾਂ ਬੇਫਾਲਤੂ ਚ ਨਾ ਮਰਾਂ। ਰਾਈਟ। ਗੁਰੂ ਅੰਗਦ ਦੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਵੀ ਤੂੰ ਫਿਕਰ ਨਾ ਕਰ, ਤੂੰ ਖੱਤਰੀ ਹੈ, ਤੇਰਾ ਕੰਮ ਲੜਨਾ ਹੈ, ਤੂੰ ਲੜ। ਤਿੰਨ ਚੀਜ਼ਾਂ ਹਮੇਸ਼ਾ ਧਿਆਨ ਰੱਖੀ, ਜਦੋਂ ਤੱਕ ਤੇਰੇ ਮਰਨ ਦਾ ਸਮਾਂ ਨਹੀਂ ਆ ਜਾਂਦਾ, ਜਦੋਂ ਤੱਕ ਉਹ ਸਥਾਨ ਨਹੀਂ ਆ ਜਾਂਦਾ ਜੀ, ਤੇ ਜਦੋਂ ਤੱਕ ਉਹ ਹਥਿਆਰ ਤੇ ਉਸ ਜਗ੍ਹਾ ਤੇ ਨਹੀਂ ਵੱਜਦਾ ਜਿਸ ਕਰਕੇ ਤੇਰੀ ਮੌਤ ਹੋਣੀ ਹੈ, ਤੂੰ ਨਹੀਂ ਮਾਰ ਸਕਦਾ, ਬੇਫਿਕਰ ਹੋ ਕੇ ਲੜ। ਰਾਈਟ। ਠੀਕ ਹੈ। ਇਹ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਵਾਪਰਿਆ, ਗੁਰੂ ਹਰਗੋਬਿੰਦ ਸਾਹਿਬ ਨਾਲ, ਗੁਰੂ ਅਰਜਨ ਦੇ ਪਾਤਸ਼ਾਹ ਦੇ ਟਾਈਮ ਤੇ ਵੀ ਇਦਾਂ ਹੀ ਹੋਇਆ। ਇੱਕ ਭਾਈ ਤਰਲੋਕਾ ਜੀ ਇੱਕ ਰਾਜੇ ਦੇ ਅੰਗ ਰੱਖਕ ਸੀਗੇ, ਬਹੁਤ ਤਗੜੇ ਯੋਧਾ ਸੀਗੇ। ਉਹ ਗੁਰੂ ਅਰਜਨ ਦੇ ਪਾਤਸ਼ਾਹ ਕੋਲ ਗਏ, ਉਹਨਾਂ ਨੇ ਵੀ ਇਹੀ ਬੇਨਤੀ ਕੀਤੀ ਕਿ ਮੈਂ ਆਵਾਗਵੀ ਤੋਂ ਮੁਕਤ ਹੋਣਾ ਚਾਹੁੰਦਾ, ਰਾਈਟ, ਰੀਬਰਥ 'ਚ ਮੈਂ ਨਹੀਂ ਆਉਣਾ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਕਿ ਤੂੰ ਕਦੇ ਵੀ ਕਿਸੇ ਮਜਲੂਮ ਤੇ, ਕਿਸੇ ਗਰੀਬ ਤੇ, ਕਿਸੇ ਨਿਮਾਣੇ ਤੇ ਅਤਿਆਚਾਰ ਨਾ ਕਰੀ, ਤੇਰਾ ਕੰਮ ਲੜਨਾ ਹੈ ਤੂੰ ਲੜ, ਬਟ ਕਿਸੇ ਤੇ ਵਧੇਕੀ ਨਾ ਕਰੀ। ਠੀਕ। ਜਦੋਂ ਉਹ 2-4 ਦਿਨ ਗੁਰੂ ਸਾਹਿਬ ਕੋਲ ਰਹਿਣ ਤੋਂ ਬਾਅਦ ਵਾਪਸ ਆਪਣੇ ਘਰ ਗਿਆ, ਆਪਣੀ ਜੌਬ ਤੇ ਵਾਪਸ ਗਿਆ, ਤੇ ਉਹਦਾ ਰਾਜੇ ਨੇ ਉਹਨੂੰ ਕਿਹਾ ਚੱਲ ਆਪਾਂ ਸ਼ਿਕਾਰ ਤੇ ਚਲੀਏ ਜੀ। ਉਹ ਸ਼ਿਕਾਰ ਤੇ ਗਏ। ਉਹਨਾਂ ਨੇ ਇੱਕ ਸ਼ਿਕਾਰ ਵੇਲੇ ਹਿਰਨੀ ਦਾ ਉਹਨਾਂ ਨੇ ਸ਼ਿਕਾਰ ਕੀਤਾ ਜੋ ਪ੍ਰੈਗਨੈਂਟ ਸੀ, ਤੇ ਉਹ ਹਿਰਨੀ ਮਰਨ ਤੋਂ ਬਾਅਦ ਉਹਦੇ ਪੇਟ ਚੋਂ 2 ਬੱਚੇ ਨਿਕਲੇ ਜਿਹੜੇ ਜੰਮਦੇ ਸਾਰ ਮਰ ਗਏ ਹਨਾ। ਐਟ ਦੈਟ ਟਾਈਮ ਉਹਨੂੰ ਯਾਦ ਆਇਆ ਕਿ ਮੈਨੂੰ ਗੁਰੂ ਪਾਤਸ਼ਾਹ ਨੇ ਕੀ ਹੁਕਮ ਕੀਤਾ ਸੀਗਾ। ਉਹਨਾਂ ਨੇ ਕੀ ਕੀਤਾ ਕਿ ਆਪਣੀ ਕਿਰਪਾਨ ਨੂੰ ਸੁੱਟਣ ਦਾ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਮੈਂ ਕਿਰਪਾਨ ਨਹੀਂ ਚੱਕਾਂਗਾ। ਲੇਕਿਨ ਹੁਣ ਉਹ ਅੰਗ ਰੱਖਕ ਸੀ ਰਾਜੇ ਦਾ, ਹੁਣ ਬਿਨਾਂ ਕਿਰਪਾਨ ਤੋਂ ਵੀ ਨਹੀਂ ਰਹਿ ਸਕਦਾ ਜੀ, ਕਿਉਂਕਿ ਜੌਬ ਇਦਾਂ ਦੀ ਹੈ। ਦੈਨ ਉਹਨੇ ਕੀ ਕੀਤਾ ਕਿ ਜਿਵੇਂ ਇਹ ਕਿਰਪਾਨ ਹੈ, ਕਿਰਪਾਨ ਦਾ ਮੁੱਠਾ ਲੋਹੇ ਦਾ ਕਰ ਲਿਆ, ਅੰਦਰੋਂ ਬਲੇਡ ਸਾਰਾ ਲੱਕੜ ਦਾ ਕਰ ਲਿਆ। ਓਕੇ। ਬਿਕੋਜ਼ ਅੰਦਰ ਤਾਂ ਕਿਸੇ ਨੇ ਦੇਖਣਾ ਨਹੀਂ, ਕਿਰਪਾਨ ਤਾਂ ਬਾਹਰ ਹੀ ਦਿਖਣੀ ਹੈ। ਸੋ ਉਹਨਾਂ ਨੇ ਇਹ ਸਕੀਮ ਲੜਾਈ, ਬਟ ਕਹਿੰਦੇ ਨਾ ਸੂਈ ਹਰ ਪਾਸੇ ਹੁੰਦੇ ਆ। ਕਿਸੇ ਨੇ ਇਹ ਖਬਰ ਰਾਜਾ ਨੂੰ ਦੇਤੀ ਜੀ, ਤੇ ਰਾਜਾ ਹੁਣ ਉਸ ਤੇ ਬਹੁਤ ਯਕੀਨ ਕਰਦਾ ਸੀਗਾ ਤੇ ਉਹਨੂੰ ਸਿੱਧਾ ਮੂੰਹ ਤੇ ਪੁੱਛ ਨਹੀਂ ਸਕਦਾ ਸੀਗਾ। ਰਾਜਾ ਨੇ ਇੱਕ ਸਕੀਮ ਲੜਾਈ, ਉਹ ਕਹਿੰਦਾ ਕਿ ਵੀ ਸਾਰੇ ਦਰਬਾਰੀ, ਸਾਰੇ ਅੰਗ ਰੱਖਕ, ਸਾਰੇ ਸਿਪਾ ਸਾਲਾਰ ਇਕੱਠੇ ਹੋਏ, ਕਹਿੰਦਾ ਕਿ ਮੈਨੂੰ ਤੁਹਾਡੇ ਤੋਂ ਬਹੁਤ ਨਾਜ਼ ਹੈ, ਬਹੁਤ ਫਖਰ ਹੈ ਕਿ ਤੁਸੀਂ ਅੱਜ ਤੱਕ ਮੈਨੂੰ ਤੇ ਮੇਰੇ ਸਟੇਟ ਨੂੰ ਬਚਾਇਆ। ਮੈਂ ਚਾਹੁੰਦਾ ਆਪਣੇ ਉਹ ਵਧੀਆ ਤੋਂ ਵਧੀਆ ਸ਼ਸਤਰਾਂ ਮੈਨੂੰ ਦਰਸ਼ਨ ਕਰਾਓ ਜਿਨ੍ਹਾਂ ਕਰਕੇ ਅਸੀਂ ਅੱਜ ਤੱਕ ਸੇਫ ਰਹੇ ਹਾਂ। ਰਾਈਟ।
ਇੱਕ ਇੱਕ ਕਰਕੇ ਸਾਰਿਆਂ ਦੀ ਵਾਰੀ, ਅਖੀਰ ਵਿੱਚ ਭਾਈ ਸਾਹਿਬ ਦੀ ਵਾਰੀ ਆਈ। ਤੇ ਜਦੋਂ ਭਾਈ ਤਰਲੋਕਾ ਜੀ ਦੀ ਵਾਰੀ ਆਈ ਤਾਂ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਅਰਦਾਸ ਕੀਤੀ, ਪਾਤਸ਼ਾਹ ਮੈਂ ਤੇ ਦੁਵਿਧਾ 'ਚ ਫਸ ਗਿਆ, ਹੁਣ ਕਿਰਪਾ ਕਰੋ, ਮੇਰੀ ਰੱਖਿਆ ਕਰਿਓ ਜੀ। ਜਦੋਂ ਉਹਨਾਂ ਨੇ ਆਪਣੀ ਕਿਰਪਾਨ ਵਾਰ ਕੱਢੀ ਤਾਂ ਪਾਤਸ਼ਾਹ ਦੇ ਰਹਿਮਤ ਕੀਤੀ, ਉਹ ਕਿਰਪਾਨ ਲੋਹੇ ਦੀ ਸੀਗੀ। ਬਿਫੋਰ ਇਟ ਵਾਸ ਅ ਵੁਡਨ, ਬਟ ਜਦੋਂ ਉਹਨੇ ਕਿਰਪਾਨ ਬਾਹਰ ਕੱਢੀ ਉਹ ਲੋਹੇ ਦੀ ਕਿਰਪਾਨ ਸੀਗੀ। ਸੋ ਕਹਿਣ ਦਾ ਭਾਵ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਪਹਿਲਾਂ ਵੀ, ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਵੀ ਸ਼ਸਤਰਧਾਰੀ ਸਿੱਖ ਕੌਮ ਦੇ ਵਿੱਚ ਸੀਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਆਪਣੇ ਆਨੰਦ ਕਾਰਜ ਵਾਸਤੇ ਗਏ, ਆਪਣੇ ਵਿਆਹ ਵਾਸਤੇ ਗਏ ਜੀ, ਉੱਥੇ ਉਹਨਾਂ ਦੇ ਸਾਲਿਆਰ ਜਿਹੜੇ ਸੀਗੇ, ਸਾਲੀਆਂ ਸੀਗੀਆਂ, ਉਹਨਾਂ ਨੇ ਗੁਰੂ ਸਾਹਿਬ ਨਾਲ ਇੱਕ ਸ਼ਰਾਰਤ ਖੇਡੀ। ਜਿਵੇਂ ਅੱਜ ਵੀ ਬੂਟ ਚੋਰੀ ਕਰ ਲਓ, ਕੁਝ ਕਰ ਲਓ, ਹੈ ਨਾ ਜੀ। ਉਹ ਸਾਲੀਆਂ ਨੇ ਗੁਰੂ ਸਾਹਿਬ ਦੀਆਂ ਨੇ ਉਸ ਵੇਲੇ ਕੀ ਕੀਤਾ ਕਿ ਵੀ ਤੁਹਾਨੂੰ ਇੱਕ ਕਿੱਲਾ ਪੱਟਣਾ ਪਏਗਾ ਜੇ ਤੁਸੀਂ ਆਨੰਦ ਕਾਰਜ ਤੇ ਆਣਾ ਜੀ। ਗੁਰੂ ਸਾਹਿਬ ਨੇ ਸ਼ਰਾਰਤ ਸੀਗੀ, ਇੱਕ ਪੇੜ ਦਾ ਟਾਣਾ ਵੜਤਾ ਸੀਗਾ ਤੇ ਇੰਨਾ ਕੁ 1 ਫੁੱਟ 1.5 ਫੁੱਟ ਦਾ ਇਹਨਾਂ ਨੇ ਜਿਹੜਾ ਟਾਣਾ ਹੁੰਦਾ ਪੇੜ ਦਾ ਉਹ ਰਹਿਣ ਦਿੱਤਾ, ਬ੍ਰਾਂਚ ਰਹਿਣ ਦਿੱਤੀ, ਤੇ ਉਹਦੀ ਬ੍ਰਾਂਚਸ ਬਹੁਤ ਜ਼ਿਆਦਾ ਸਟਰੋਂਗ ਸੀਗਾ, ਜੰਡ ਦਾ ਪੇੜ ਸੀਗਾ ਉਹ। ਗੁਰੂ ਸਾਹਿਬ ਨੇ ਕਿਹਾ ਸੀ ਇਹਨੂੰ ਪੱਟਣਾ ਹੈ, ਤੇ ਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ, ਘੋੜੇ ਤੇ ਚੜੇ, ਬਰਛਾ ਚੱਕਿਆ ਤੇ ਪਹਿਲੇ ਵਾਰ ਵਿੱਚ ਹੀ ਉਹ ਪੇੜ ਨੂੰ ਜੜਾਂ ਸਮੇਤ ਪੱਟ ਕੇ ਲੈ ਗਏ। ਜਿਹੜਾ ਕਿ ਸਾਰੇ ਇੰਡੀਅਨ ਪੁਰਾਣੇ ਜਿਹੜੇ ਜਾਣਦੇ ਆ ਜੰਡ ਦਾ ਪੇੜ ਕਿੰਨੀ ਡੀਪ ਰੂਟਸ ਵਾਲਾ ਹੁੰਦਾ ਜੀ, ਉਹ ਵਿਦ ਰੂਟਸ ਪੱਟ ਕੇ ਲੈ ਗਏ ਉਹ। ਸੋ ਇਟ ਕੈਨ, ਯੂ ਕੈਨ ਸੀ ਹੇਅਰ ਕਿ ਵੀ ਉਹ ਇੱਕ ਜਰਨਲੀ ਆਮ ਬੰਦਾ ਨਹੀਂ ਕਰ ਸਕਦਾ, ਉਹੀ ਕਰ ਸਕਦਾ ਜਿਹਨੂੰ ਇਹਦਾ ਅਭਿਆਸ ਸ਼ਸਤਰ ਦੀ ਵਿਦਿਆ ਹੋਵੇ ਜੀ, ਰਾਈਟ। ਬਟ ਗੁਰੂ ਸਾਹਿਬ ਨੇ ਇੱਥੇ ਵੀ ਸ਼ਸਤਰ ਚੱਕਿਆ ਨਹੀਂ, ਕਿਉਂਕਿ ਗੁਰੂ ਸਾਹਿਬ ਚਾਹੁੰਦੇ ਸੀ ਇਹਦਾ ਜੋ ਜਹਾਂਗੀਰ ਹੈ ਇਹਦੇ ਪਾਪਾਂ ਦਾ ਕੜਾ ਭਰ ਜਾਵੇ ਜੀ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਸੀਗਾ ਭਾਈ ਤਰਲੋਕਾ ਜੀ ਨੂੰ ਕਿ ਵੀ ਅਸੀਂ 6ਵੇਂ ਜਾਮ ਸ਼ਸਤਰਧਾਰੀ ਹੋਵਾਂਗੇ, 6ਵੇਂ ਜਾਮ ਵਿੱਚ ਅਸੀਂ ਮਤਲਬ 6ਵੇਂ ਗੱਦੀ ਤੇ 6ਵੇਂ ਗੁਰੂ ਨਾਨਕ ਸ਼ਸਤਰ ਵਿਦਿਆ ਚੱਕੇਗਾ। ਬਾਬਾ ਬੁੱਢਾ ਜੀ ਅਤੇ 2 ਹੋਰ ਸਿੱਖਾਂ ਨੇ ਗੁਰੂ ਸਾਹਿਬ ਨੂੰ ਸ਼ਸਤਰ ਵਿਦਿਆ ਦਿੱਤੀ, ਗੁਰੂ ਹਰਗੋਬਿੰਦ ਸਾਹਿਬ ਨੂੰ। ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਤੋਂ ਕਿਰਪਾਨਾਂ ਧਾਰਨ ਕੀਤੀਆਂ ਜੀ। ਸਮਟਾਈਮਸ ਲੋਕੀ ਕਹਿੰਦੇ ਆ ਕਿ ਵੀ ਗੁਰੂ ਪਾਤਸ਼ਾਹ ਸਿਰਫ ਇੱਕ ਹੀ ਕਿਰਪਾਨ ਵਰਤੇ ਸੀਗੇ ਜਿਹੜੀ ਕਿ ਰਾਜ ਦੀ ਸੀਗੀ, ਧਰਮ ਦੀ ਕਿਰਪਾਨ ਕਦੇ ਕੱਢੀ ਨਹੀਂ, ਬਟ ਮੈਂ ਇਸ ਗੱਲ ਤੋਂ ਵਾਕਿਫ ਨਹੀਂ ਆ। ਇਹ ਸਿਨੋਨਿਮਸ ਹੈ ਬੇਸਿਕਲੀ, ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਇੰਟਰ ਰਿਲੇਟਡ ਹੈਗੀਆਂ। ਇਹਦੇ ਬਾਰੇ ਹੋਰ ਗੱਲਬਾਤ ਕਰਨੇ ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਜਿਹੜੇ ਸ਼ਸਤਰਾਂ ਦੇ ਵਿਦਿਆ ਦੀ ਤੁਸੀਂ ਗੱਲ ਕੀਤੀ, ਇਸ ਦੀ ਜਿਸ ਤਰ੍ਹਾਂ ਤੁਸੀਂ ਐਮਫਸਾਈਜ਼ ਕੀਤਾ ਕਿ ਗੁਰੂ ਸਾਹਿਬ ਨੇ ਜਿੱਥੇ ਵੀ ਇਹ ਚੁੱਕੇ, ਲੇਕਿਨ ਨਾਲ ਇਤਿਹਾਸ ਵੀ ਗਵਾਹ ਹੈ ਕਿ ਗੁਰੂ ਸਾਹਿਬ ਨੇ ਜਿੰਨੀਆਂ ਵੀ ਜੰਗਾਂ ਲੜੀਆਂ, ਜਿੱਥੇ ਵੀ ਇਤਿਹਾਸ ਇਹ ਦੱਸਦਾ ਹੈ ਕਿ ਜੋਰੂ ਜਾਂ ਜ਼ਮੀਨ ਵਾਸਤੇ ਲੜਾਈ ਹੋਈ, ਲੇਕਿਨ ਗੁਰੂ ਸਾਹਿਬ ਨੇ ਕਦੀ ਵੀ ਇਹ ਜੰਗ ਜਿਹੜੀ ਵੀ ਕੀਤੀ ਉਹ ਕਦੀ ਇਹਨਾਂ ਕਾਰਨਾਂ ਕਰਕੇ ਨਹੀਂ ਕੀਤੀ। ਇਹਦੇ ਬਾਰੇ ਹੋਰ ਕਰਨੇ ਗੱਲਬਾਤ ਇਸ ਬ੍ਰੇਕ ਤੋਂ ਬਾਅਦ। ਥੈਂਕ ਯੂ।